गुरु जी की साजी नवाजी गुरु रूप गुरु प्यारी साध संगत जी, वाहिगुरु जी का खालसा वाहिगुरु जी की फतेह। गुरमुख प्यारे जो अपन सतगुरु गुरबाणी गुरु राही उपदेश बख्शिश कर रहे, साडे मन नूं समझाउंदे भी जाच के सतगुरु नूं सिमरदा नहीं, सतगुरु की सेवा नहीं करता, मालिक का सिमरन नहीं करता, फिर वार वार जमदा मरदा जूना दे विच जांदा। सतगुरु की सेवा तो बिना साडे मन नूं किते भी सुख नहीं मिलता है। मारे सचे पातशाह समझाउंदे बिन सतगुर सेवे सुख नहीं, मर जमे बारो बार। बई मन है जिहड़ा ये सुखी नहीं हो सकता जाचा कि सतगुरु नूं सेवदा नहीं, सतगुरु दा सिमरन नहीं करता। इनू रोग लग्या लैंदा जन्म मरण का मार वार फिरे जूना दे विच आउंदा जंस। और इस वास्ते फिर मन नूं समझाउंदे बई सतगुरु नूं सेव, सतगुरु दा सिमरन कर, मालिक नूं याद कर। जे जो हुण याद नहीं करेगा फिर तैनूं बड़ा लम्मा चक्कर पै जाएगा। ये जन्म मरण जिहड़ा गेड़ है 84 का चक्कर, ये बड़ा लम्मा है। मानस जामे तक पहुँचने वास्ते कई युग लंघ जाते। मारे कहते जम जम मरे, मरे फिर जमे, बहुत सजाए भयो देस लम्मे। बई फिर इनू वार वार जूना दे विच आउणा पैंदा, बार बार जमदा मरद। हुण इनू फिर कहिंदे भी हुण तूं परमात्मा दा सिमरन कर,
ਤੇ ਤੂੰ ਸੁਖੀ ਹੋ ਜਾ। ਸਤਿਗੁਰ ਤੋਂ ਬਿਨਾਂ ਹੋਰ ਸੰਸਾਰ ਦੇ ਵਿੱਚ ਕਿਤੇ ਸੁੱਖ ਨਹੀਂ। ਆਈਓ ਫਿਰ ਸਾਡੇ ਮਨਾਂ ਨੂੰ, ਸਾਰਿਆਂ ਨੂੰ ਸੰਤ ਕਹਿੰਦੇ, ਕਿਉਂਕਿ ਅਸੀਂ ਸਾਰੇ ਅਕਾਲ ਪੁਰਖ ਦੇ ਬੱਚੇ ਹਾਂ। ਵਾਹਿਗੁਰੂ ਜੀ ਸੰਤ ਕਹਿ ਕੇ ਸਾਡੇ ਮਨਾਂ ਨੂੰ ਸਤਿਗੁਰੂ ਆਵਾਜ਼ ਦਿੰਦੇ। ਉੱਚੀ ਬਾਂਹ ਕਰਕੇ ਗੁਰੂ ਕਹਿੰਦਾ ਹੈ ਬਈ ਜੇ ਤੁਸੀਂ ਸਦਾ ਸੁੱਖ ਲੈਣਾ ਚਾਹੁੰਦੇ ਹੋ, ਸਦਾ ਸੁਖੀ ਹੋਣਾ ਚਾਹੁੰਦੇ ਹੋ, ਜੇ ਤੁਸੀਂ ਆਤਮਿਕ ਸੁੱਖ ਭਾਲਦੇ ਹੋ, ਫਿਰ ਤੁਸੀਂ ਸਤਿਗੁਰਾਂ ਦੀ ਸ਼ਰਨ ਦੇ ਵਿੱਚ ਆ। ਮਾਰੇ ਫਰਮਾਉਂਦੇ ਸੰਤੋ ਸੁਣੋ ਸੁਣੋ ਜਨ ਭਾਈ, ਗੁਰ ਕਾਢੀ ਬਾਂਹ ਕੋ ਕੀਜੇ। ਜੇ ਆਤਮ ਕੋ ਸੁੱਖ ਸੁੱਖ ਨਿਤ ਲੋੜੋ, ਤਾਂ ਸਤਿਗੁਰ ਸ਼ਰਨ ਬਵੀਚ। ਸਾਨੂੰ ਕਹਿੰਦੇ ਬਈ ਜੇ ਤੁਸੀਂ ਆਤਮਿਕ ਸੁੱਖ ਲੈਣਾ, ਜੇ ਤੁਸੀਂ ਸਦਾ ਸੁੱਖ ਲੈਣਾ, ਤੇ ਫਿਰ ਤੁਸੀਂ ਸਤਿਗੁਰਾਂ ਦੀ ਸ਼ਰਨ ਦੇ ਵਿੱਚ ਆ। ਹੁਣ ਜਦ ਤੱਕ ਅਸੀਂ ਸਾਧ ਸੰਗਤ ਨਹੀਂ ਕਰਦੇ, ਸਿਮਰਨ ਨਹੀਂ ਕਰਦੇ, ਸਾਨੂੰ ਸਤਿਗੁਰਾਂ ਦੀ ਸ਼ਰਨ ਦਾ ਨਹੀਂ ਪਤਾ ਬਈ ਉਹ ਸ਼ਰਨ ਕਿੱਥੇ ਹੈ ਅਤੇ ਕਿਵੇਂ ਸਾਡੇ ਮਨ ਨੇ ਉਹ ਸ਼ਰਨ ਦੇ ਵਿੱਚ ਬਹਿਣਾ ਜਾ ਕੇ। ਉਹਦੇ ਵਾਸਤੇ ਫਿਰ ਆਪਾਂ ਨੂੰ ਗੁਰੂ ਦੀ ਮੱਤ ਲੈਣੀ ਪੈਂਦੀ। ਸ਼ਰਨ ਦੇ ਵਿੱਚ ਜਾਣ ਵਾਸਤੇ ਆਪਦੀ ਮੱਤ ਛੱਡਣੀ ਪੈਂਦੀ। ਜਦ ਤੱਕ ਅਸੀਂ ਆਪਦੀ ਮੱਤ ਵਰਤਾਂਗੇ, ਅਸੀਂ ਸ਼ਰਨ 'ਚ ਨਹੀਂ ਜਾ ਸਕਦੇ। ਸਾਨੂੰ ਸ਼ਰਨ ਦਾ ਪਤਾ ਵੀ ਨਹੀਂ ਲੱਗਣਾ ਵੀ ਉਹ ਸ਼ਰਨ ਹੈ ਕਿੱਥੇ, ਜਾਣਾ ਤਾਂ ਦੂਰ ਦੀ ਗੱਲ। ਆਪਾਂ ਨੂੰ ਫਿਰ ਸਮਝਾਉਂਦੇ ਵੀ ਜਦੋਂ ਅਸੀਂ ਗੁਰੂ ਦੀ ਮੱਤ ਦੁਆਰਾ ਹੀ ਸਿਮਰਨ ਕਰਦੇ, ਸਾਸ ਗਿਰਾਸ ਸਿਮਰਨ ਕਰਕੇ ਆਪਾਂ ਇਹਨਾਂ ਵਿਚਾਰਾਂ ਨੂੰ, ਭਾਵਨਾਵਾਂ ਨੂੰ ਖਤਮ ਕਰ ਲੈਂਦੇ ਹਾਂ, ਅਤੇ ਫਿਰ ਸਾਡਾ ਮਨ ਸ਼ਰਨ ਦੇ ਵਿੱਚ ਬੀਤ। ਜਦੋਂ ਅਸੀਂ ਬਿਲਕੁਲ ਮਨ ਨੂੰ ਵਿਚਾਰਾਂ ਤੋਂ ਰਹਿਤ ਕਰ ਲਿਆ, ਫਿਰ ਇਹਨੇ ਸ਼ਰਨ ਦੇ ਵਿੱਚ ਬਹਿਣਾ ਹੀ ਪੈਣਾ। ਜਦ ਜਾ ਕੇ ਵਿਚਾਰ ਨੇ, ਫੁਰਨੇ ਨੇ, ਉਹਨਾਂ ਸਮਾਂ ਸ਼ਰਨ 'ਚ ਨਹੀਂ ਬਹਿੰਦਾ। ਇਹ ਵਿਚਾਰ ਹੀ ਸਾਡੇ ਮਨ ਨੂੰ ਭਜਾਈ ਫਿਰਦੇ, ਇਸ ਕਰਕੇ ਟਿਕਦਾ ਨਹੀਂ ਹੈ। ਵਿਚਾਰਾਂ 'ਚ ਭਰਮ ਦੇ ਵਿੱਚ ਭੱਜਿਆ ਫਿਰਦਾ। ਹੁਣ ਮਨ ਨੂੰ ਫਿਰ ਕਹਿੰਦੇ ਬਈ ਤੂੰ ਭਰਮ 'ਚ ਨਾ ਰਹਿ, ਤੂੰ ਸਤਿਗੁਰਾਂ ਦੀ ਸ਼ਰਨ ਦੇ ਵਿੱਚ ਆ। ਜੇ ਤੂੰ ਆਤਮਿਕ ਸੁੱਖ ਲੈਣਾ, ਜੇ ਤੂੰ ਸਦਾ ਸੁਖੀ ਹੋਣਾ ਚਾਹੁੰਦਾ, ਫਿਰ ਸਤਿਗੁਰਾਂ ਦੀ ਸ਼ਰਨ ਦੇ ਵਿੱਚ ਆ। ਮਾਰੇ ਕਹਿੰਦੇ ਜੋ ਸੁਖ ਕੋ ਚਾਹੇ ਸਦਾ, ਸ਼ਰਨ ਰਾਮ ਕੀ ਲੇ। ਵੀ ਜਿਹੜਾ ਸਦਾ ਸੁੱਖ ਭਾਲਦਾ ਜੀਵ, ਉਹ ਰਾਮ ਦੀ ਸ਼ਰਨ ਦੇ ਵਿੱਚ, ਵਾਹਿਗੁਰੂ ਦੀ ਸ਼ਰਨ ਦੇ ਵਿੱਚ ਚਲਾ ਜਾ। ਔਰ ਜਦੋਂ ਫਿਰ ਆਪਾਂ ਹੀ ਸਤ ਸੰਗਤ 'ਚ ਆਉਂਦੇ ਹਾਂ, ਇਹ ਸਤ ਸੰਗਤ ਦੇ ਵਿੱਚ ਆ ਕੇ ਸਾਨੂੰ ਭੇਤ ਆਉਂਦਾ ਵੀ ਪਰਮਾਤਮਾ ਦੀ ਸ਼ਰਨ ਕਿੱਥੇ ਹੈ ਅਤੇ ਕਿਵੇਂ ਅਸੀਂ ਉਹਦੀ ਸ਼ਰਨ ਦੇ ਵਿੱਚ ਜਾਣਾ ਹੈ। ਮਾਰੇ ਫਰਮਾਉਂਦੇ ਮਾਧੋ ਸਤ ਸੰਗਤ ਸ਼ਰਨ ਤੁਮਾਰੀ। ਬਈ ਇਹ ਸਤ ਸੰਗਤ ਨੂੰ ਵੀ ਪਰਮਾਤਮਾ ਦੀ ਸ਼ਰਨ ਆਖਿਆ, ਕਿਉਂਕਿ ਜਿੱਥੇ ਸੱਚ ਦੇ ਨਾਮ ਦੀ ਮਹਿਮਾ ਹੁੰਦੀ, ਜਿੱਥੇ ਸਿਮਰਨ ਅਭਿਆਸ ਹੁੰਦਾ, ਉੱਥੇ ਮਾਲਕ ਆਪ ਹਾਜ਼ਰ ਹੁੰਦਾ। ਜਦੋਂ ਅਸੀਂ ਸਤ ਸੰਗਤ ਦੇ ਵਿੱਚ ਆ ਜਾਂਦੇ, ਸਾਡੇ ਪਿਛਲੇ ਕੀਤੇ ਹੋਏ ਔਗਣ, ਸਾਡੇ ਗੁਨਾਹ ਮਾਲਕ ਸਾਰੇ ਮਾਫ ਕਰ ਦਿੰਦਾ, ਸਾਨੂੰ ਮੁਕਤ ਕਰ ਦਿੰਦਾ, ਵਿਚਾਰਾਂ ਤੋਂ ਰਹਿਤ ਕਰ ਦਿੰਦਾ, ਅਤੇ ਮੁਕਤ ਕਰਕੇ ਸਾਨੂੰ ਸ਼ਰਨ ਦੇ ਵਿੱਚ ਬਿਠਾ ਲੈਂਦੇ। ਮਾਰੇ ਫਰਮਾਉਂਦੇ ਮੁਕਤ ਭਏ ਕਰ ਸਾਧ ਸੰਗਤ, ਤਿਨ ਕੇ ਔਗਣ ਸਭ ਪਰ ਹਰਿਆ।
ਤੈਨ ਕੋ ਦੇਖ ਭਈ ਹੈ ਕਿਰਪਾਲਾ, ਤਿੰਨ ਭਵ ਸਾਗਰ ਤਰਿਆ। ਬਈ ਮਾਲਕ ਇੰਨਾ ਦਿਆਲੂ ਹੈ, ਇੰਨਾ ਕਿਰਪਾਲੂ ਹੈ। ਜਦੋਂ ਅਸੀਂ ਸਤਸੰਗ 'ਚ ਆ ਕੇ ਬੈਠ ਗਏ, ਸਤਸੰਗ 'ਚ ਆ ਗਏ, ਅਤੇ ਉਹ ਸਾਡੇ ਔਗਣ ਨਹੀਂ ਦੇਖਦਾ, ਉਹ ਸਾਡੇ ਔਗਣ ਨਹੀਂ ਚਿਤਾਰਦਾ, ਉਹ ਸਾਡੇ ਔਗਣ ਮਾਫ ਕਰ ਦਿੰਦਾ। ਫਿਰ ਸਾਨੂੰ ਸਮਝਾਉਂਦੇ ਵੀ ਅਸੀਂ ਹੁਣ ਸ਼ਰਨ 'ਚ ਕਿਵੇਂ ਜਾਣਾ, ਸਤਿਗੁਰਾਂ ਦੀ ਸ਼ਰਨ ਦੇ ਵਿੱਚ ਬੈਠਣਾ ਕਿਵੇਂ ਹੈ। ਉਹ ਫਿਰ ਆਪਾਂ ਨੂੰ ਸਮਝਾਉਂਦੇ ਵੀ ਇਹ ਜਿਹੜੀ ਪੌਣ ਹੈ, ਪੌਣ ਕਹਿੰਦੇ ਸਵਾਸ ਜਿਹੜੇ ਆਪਾਂ ਨੂੰ ਚੱਲ ਰਹੇ ਨੇ, ਇਹ ਨੱਕ ਰਾਹੀਂ ਜਦੋਂ ਆਪਾਂ ਸਵਾਸ ਲੈਂਦੇ ਹਾਂ, ਪੌਣ ਆਪਣੇ ਅੰਦਰ ਜਾਂਦੀ, ਇੱਥੋਂ ਥੋੜ੍ਹੀ ਜਿਹੀ ਪੌਣ ਉੱਪਰ ਰੁਕਦੀ, ਜਿੱਥੇ ਆਪਣੀ ਭਰਵੱਟੇ ਨੇ, ਇੱਥੇ ਸੈਂਟਰ ਦੇ ਵਿੱਚ। ਇਹਨੂੰ ਸਿਰਾ ਕਹਿੰਦੇ, ਇਹਨੂੰ ਸਹਿਜ ਘਾਟ ਦਾ ਨਾਮ ਦਿੱਤਾ। ਦੂਸਰਾ ਸਿਰਾ ਹੈ ਜਦੋਂ ਇਹ ਪੌਣ ਆਪਣੇ ਅੰਦਰ ਜਾਂਦੀ, ਆਪਣੀ ਨਾਭੀ ਨਾਲ, ਜਿਹਨੂੰ ਆਪਾਂ ਧੁੰਨੀ ਕਹਿੰਦੇ, ਉਹਦੇ ਨਾਲ ਟਕਰਾ ਕੇ ਫਿਰ ਵਾਪਸ ਮੁੜਦੀ ਹੈ। ਉੱਥੋਂ ਨਾਭੀ ਤੋਂ ਥੋੜ੍ਹਾ ਜਿਹਾ ਹੇਠਾਂ ਧਰਨਾ, ਉੱਥੇ ਥੋੜ੍ਹੀ ਜਿਹੀ ਪੌਣ ਰੁਕਦੀ ਹੈ। ਇਹ ਦੋ ਸਿਰੇ ਨੇ, ਅਤੇ ਇਹਨਾਂ ਦੋ ਸਿਰਿਆਂ ਦਾ ਮੁਖੀ ਪਰਮਾਤਮਾ ਕਹਾਉਂਦੇ। ਅਸੀਂ ਇਹ ਵਿੱਚ ਖੇਡਦੇ ਹਾਂ ਅਤੇ ਦੋ ਸਿਰਿਆਂ ਦੇ ਵਿੱਚ ਖੇਡਦੇ ਹਾਂ, ਇਹਨੂੰ ਹੀ ਭਵ ਸਾਗਰ ਦਾ ਨਾਮ ਦਿੱਤਾ। ਇਹ ਸਮਝ ਲਓ ਅੱਖਾਂ ਤੋਂ ਲੈ ਕੇ ਨਾਭੀ ਤੱਕ ਇਹ 2 ਫੁੱਟ ਦਾ ਭਵ ਸਾਗਰ, ਅਤੇ ਸਾਨੂੰ 4 ਯੁੱਗ ਹੋ ਗਏ, ਸਾਤੋਂ ਹੀ ਨਹੀਂ ਪਾਰ ਹੋਏ। ਬਈ ਇਹ 1.5-2 ਫੁੱਟ ਥਾਂ ਹੀ ਹੈ ਜਿਹਦੇ ਵਿੱਚ ਅਸੀਂ ਖੇਡਦੇ ਹਾਂ, ਬਸ ਨਾਭੀ ਤੋਂ ਇੱਥੇ ਤੱਕ, ਇਹਨੂੰ ਭਵ ਸਾਗਰ ਕਹਿੰਦੇ। ਹੌਲੀ ਭਵ ਸਾਗਰ ਤੋਂ ਪਾਰ ਹੋਣ ਵਾਸਤੇ ਜਿਹੜੇ 2 ਸਿਰੇ ਨੇ, ਇਹਨਾਂ ਸਿਰਿਆਂ 'ਤੇ ਜਾ ਕੇ ਅਸੀਂ ਬੈਠਣਾ ਹੁੰਦਾ। ਇਹਨਾਂ ਦਾ ਮੁਖੀ ਆਪ ਹੈ ਮਾਲਕ। ਮਹਾਰਾਜ ਕਹਿੰਦੇ 2 ਸਿਰਿਆਂ ਕਾ ਆਪ ਸਵਾਮੀ, ਖੇਲੇ ਵੈਗਸੇ ਅੰਤਰਜਾਮੀ। ਹੁਣ ਜਦੋਂ ਆਪਾਂ ਇਹ ਸਿਮਰਨ ਕਰਦੇ ਹਾਂ, ਸਿਮਰਨ ਕਰਕੇ ਅੰਤਰਮੁਖੀ ਹੁੰਦੇ ਹਾਂ, ਫਿਰ ਅਸੀਂ ਦੇਖਣਾ ਹੁੰਦਾ ਵੀ ਸਾਡੀ ਸੁਰਤੀ ਕਿਹੜੇ ਸਿਰੇ 'ਤੇ ਬਹਿੰਦੀ। ਜਦੋਂ ਆਪਾਂ ਬੋਲਿਆ ਵਾਹਿ, ਰੁਕ ਜਾਣਾ, ਦੇਖਣਾ ਵੀ ਉੱਥੇ ਨਾਭੀ 'ਤੇ ਜਾ ਕੇ ਸਾਡੀ ਸੁਰਤੀ ਬਹਿੰਦੀ ਹੈ। ਜੇ ਤਾਂ ਉੱਥੇ ਸਾਡੀ ਸੁਰਤੀ ਬਹਿ ਗਈ, ਬਸ ਉੱਥੇ ਹੀ ਬੈਠ ਜਾਣਾ। ਜੇ ਨਹੀਂ ਬੈਠੀ ਫਿਰ ਬੋਲਣਾ ਗੁਰੂ, ਫਿਰ ਇੱਧਰ ਸੁਰਤੀ ਆ ਗਈ, ਫਿਰ ਇੱਥੇ ਦੇਖਣਾ ਬੈਠ ਕੇ ਵੀ ਇੱਥੇ ਸਾਡੀ ਸੁਰਤੀ ਬਹਿੰਦੀ ਹੈ ਕਿ ਨਹੀਂ ਬਹਿੰਦੀ। ਇਹ 2 ਸਿਰੇ ਫਿਰ ਇਹਨੂੰ ਕਹਿੰਦੇ ਸਹਿਜ ਘਾਟ, ਜਿਹੜਾ ਇਹ ਉੱਪਰ ਹੈ। ਇਸੇ ਬਾਬਾ ਕਬੀਰ ਜੀ ਵਿੱਚ ਭਗਤ ਇੱਥੇ ਬਹਿੰਦੇ, ਫਿਰ ਇਹਨੂੰ ਸਹਿਜ ਘਾਟ ਕਹਿੰਦੇ। ਇਹ ਜਿਹੜੀਆਂ 2 ਸਿਰਾਂ ਨੇ, ਇਹਨੂੰ ਗੰਗਾ ਅਤੇ ਜਮਨਾ ਦਾ ਨਾਮ ਦਿੱਤਾ। ਇਹ ਜਿਹੜੀਆਂ ਆਪਣੀਆਂ 2 ਨਾਸਕਾਂ, ਇੱਕ ਨੂੰ ਗੰਗਾ ਕਹਿੰਦੇ, ਇੱਕ ਨੂੰ ਜਮਨਾ ਕਹਿੰਦੇ। ਇਹਨਾਂ ਦੇ ਅੰਤਰ ਸੈਂਟਰ ਦੇ ਵਿੱਚ ਮਾਰੇ ਕਹਿੰਦੇ ਕਬੀਰ ਗੰਗ ਜਮਨ ਕੇ ਅੰਤਰੇ, ਸਹਿਜ ਸੁਨ ਕੇ ਘਾਟ, ਤਹਾਂ ਕਬੀਰੇ ਮਟ ਕੀਆ, ਖੋਜਤ ਮਨ ਜਨ ਬਾਟ। ਬਈ ਇਹ ਹੈ ਸਹਿਜ ਘਾਟ, ਜਿੱਥੇ ਇਹ ਪੌਣ ਅੰਦਰ ਨੂੰ ਚਲੀ ਗਈ, ਆਪਾਂ ਪੌਣ ਤੋਂ ਉੱਪਰ ਬੈਠ ਗਏ, ਆਸਣ ਲਾ ਕੇ ਇੱਥੇ ਸਾਡੀ ਸੁਰਤੀ ਬੈਠ ਗਈ। ਜਦੋਂ ਇੱਥੇ ਬੈਠਾਂਗੇ, ਇਹਨੂੰ ਕਹਿੰਦੇ ਨੇ ਵੀ ਹੁਣ ਇਹ ਸਹਿਜ ਘਾਟ 'ਤੇ ਬਹਿ ਗਏ। ਇੱਥੋਂ ਫਿਰ ਬੇੜਾ ਜਹਾਜ਼ ਅੱਗੇ, ਜਿਹਨੂੰ ਸ਼ਬਦ ਗੁਰੂ ਕਹਿੰਦੇ, ਉਹ ਫਿਰ ਅਸੀਂ ਬੇੜੇ ਦੇ ਉੱਤੇ ਸਾਡੀ ਸੁਰਤੀ ਨੇ ਸਵਾਰ ਹੋਣਾ।
ਜਿਵੇਂ ਅਸੀਂ ਪੱਤਣ 'ਤੇ ਚਲੇ ਗਏ। ਪੱਤਣ ਕਹਿੰਦੇ ਵੀ ਜਿੱਥੇ ਉਹ ਕਿਨਾਰੇ 'ਤੇ ਚਲੇ ਗਏ ਵੀ ਅੱਗੇ ਭਵ ਸਾਗਰ ਹੈ, ਅਤੇ ਫਿਰ ਉੱਥੋਂ ਗਾਂ ਅਸੀਂ ਬੇੜੇ 'ਤੇ ਜਹਾਜ਼ 'ਤੇ ਸਵਾਰ ਹੋਣਾ। ਉੱਥੋਂ ਫਿਰ ਉਹ ਬੇੜਾ ਜਿਹੜਾ ਉਹ ਬੇੜਾ ਤਿਆਰ ਖੜ੍ਹਾ ਹੈ, ਅਤੇ ਮਾਲਕ ਆਵਾਜ਼ ਦਿੰਦਾ ਵੀ ਜਿਹਨੇ ਚੜ੍ਹਨਾ ਚੜ੍ਹ ਜਾਓ, ਸਵਾਰ ਹੋ ਜਾਓ ਬੇੜੇ 'ਚ। ਮਾਰੇ ਕਹਿੰਦੇ ਪੱਤਣ ਕੂਕੇ ਪਤਨੀ ਬੰਜੜ ਧਰੇ ਗਲਾਟ ਬਈ। ਉੱਥੇ ਪੱਤਣ ਦੇ ਉੱਤੇ ਅਸੀਂ ਬੈਠੇ, ਅਤੇ ਉੱਥੋਂ ਫਿਰ ਉਹ ਬੇੜਾ ਸੀ ਜਿਹੜਾ ਉਹ ਬੇੜਾ ਸ਼ਬਦ ਆ, ਉਹਦੇ 'ਤੇ ਸਾਡੀ ਸੁਰਤੀ ਨੇ ਸਵਾਰ ਹੋਣਾ ਜਹਾਜ਼ ਦੇ ਵਿੱਚ। ਜਦੋਂ ਗੁਰਮੁਖ ਉੱਥੇ ਬੈਠੇ ਸਹਿਜ ਘਾਟ 'ਤੇ, ਅਤੇ ਉੱਥੇ ਫਿਰ ਜਿਹੜੇ ਗੁਰਮੁਖ ਜਾ ਕੇ ਉਹਨਾਂ ਨੇ ਦੇਖਿਆ ਵੀ ਜਿਹੜੇ ਵੀ ਇੱਥੇ ਬੈਠੇ ਆ ਕੇ, ਅਤੇ ਉਹ ਬੇੜੇ 'ਤੇ ਸਵਾਰ ਹੋ ਕੇ ਉਹ ਪਾਰ ਚਲੇ ਗਏ, ਆਪਦੇ ਦੇਸ਼ ਨੂੰ ਚਲੇ ਗਏ। ਮਾਰੇ ਕਹਿੰਦੇ ਪਾੜ ਪਵੰਦੜੇ ਡਿੱਠ ਮੈਂ ਸਤਿਗੁਰ ਬੋਹਿਤ ਚਾੜ। ਬਈ ਅਸੀਂ ਦੇਖੇ ਪਾਰ ਜਾਂਦੇ, ਡਿੱਠੇ ਦੇਖੇ ਵੀ ਕਾਹਦੇ 'ਤੇ ਗਏ, ਕਹਿੰਦੇ ਸਤਿਗੁਰ ਦੇ ਬੇੜੇ 'ਤੇ ਸਵਾਰ ਹੋ ਕੇ ਉਹ ਚਲੇ ਗਏ ਪਾਰ, ਆਪਦੇ ਦੇਸ਼ ਨੂੰ ਚਲੇ ਗਏ। ਹੁਣ ਉਹ ਬੇੜਾ ਕਿਹੜਾ? ਉਹ ਬੇੜਾ ਹੈ ਸ਼ਬਦ, ਜਿਹਨੂੰ ਸ਼ਬਦ ਗੁਰੂ ਕਹਿੰਦੇ, ਨਾਦ ਕਹਿੰਦੇ, ਉਹਨੂੰ ਹੀ ਫਿਰ ਬੇੜਾ ਕਹਿੰਦੇ, ਬੋਹਿਤ ਕਹਿੰਦੇ। ਸਤਿਗੁਰ ਹੈ ਬੋਹਿਥਾ ਸ਼ਬਦ ਲਗਾਵਣ ਹਾਰ। ਇੱਥੇ ਪੌਣ ਨਾ ਪਾਵਕੋ ਨਾ ਜਲ ਨਾ ਆਕਾਰ। ਵੀ ਉੱਥੇ ਆ ਪੌਣ ਪਾਣੀ ਖਤਮ ਹੋ ਜਾਂਦੇ, ਆਕਾਰ ਵੀ ਖਤਮ ਹੋ ਜਾਂਦਾ ਸਰੀਰ। ਉੱਥੇ ਸਾਡੀ ਸੁਰਤੀ ਨੇ ਜਾਣਾ, ਸਾਡੇ ਮਨ ਨੇ ਜਾਣਾ, ਉਹਨੇ ਉਹ ਬੇੜੇ 'ਤੇ ਸਵਾਰ ਹੋਣਾ। ਫਿਰ ਇਹ ਤਾਂ ਹੈ ਪੂਰਬ ਵਾਲਾ ਪਾਸਾ। ਜਦੋਂ ਅਸੀਂ ਇੱਥੇ ਸਹਿਜ ਘਾਟ 'ਤੇ ਆਸਣ ਲਾਉਂਦੇ ਹਾਂ ਅਤੇ ਇੱਥੋਂ ਸ਼ਬਦ ਪ੍ਰਗਟ ਹੁੰਦਾ, ਅਤੇ ਉਹ ਸ਼ਬਦ ਦੁਆਰਾ ਅਸੀਂ ਆਪਦੇ ਘਰ ਚਲੇ ਜਾਂਦੇ ਹਾਂ। ਦੂਸਰਾ ਫਿਰ ਜਿਹੜਾ ਹੈ ਇਹ ਨਾਭੀ 'ਤੇ ਜਦੋਂ ਅਸੀਂ ਜਾ ਕੇ ਆਸਣ ਲਾਉਂਦੇ, ਇੱਥੇ ਜਦੋਂ ਜਾ ਕੇ ਮਨ ਆਸਣ ਲਾਉਂਦਾ, ਇਹਨੂੰ ਕਹਿੰਦੇ ਨਾਭ ਘਾਟ। ਵੀ ਇਹਨੂੰ ਜਿੱਥੇ ਨਾਭੀ ਹੈ ਉੱਥੇ ਜਾ ਕੇ ਸਾਡੀ ਸੁਰਤੀ ਬੈਠ ਗਈ, ਉੱਥੇ ਆਸਣ ਲਾ ਗਈ। ਜਿਸ ਨੂੰ ਮਹਾਰਾਜ ਕਹਿੰਦੇ ਨਾਭ ਭਵਨ ਕਰ ਆਸਣ ਬੈਸੇ ਗੁਰਮੁਖ ਖੋਜਤ ਸ਼ਬਦ ਲਹੇ। ਬਈ ਉੱਥੇ ਨਾਭ ਘਾਟ 'ਤੇ ਫਿਰ ਗੁਰਮੁਖਾਂ ਨੇ ਆਸਣ ਲਾ ਕੇ ਬੈਠੇ, ਅਤੇ ਉਹ ਸ਼ਬਦ ਦੀ ਪਹਿਚਾਣ ਕੀਤੀ। ਉਹ ਸ਼ਬਦ ਇੱਥੇ ਪ੍ਰਗਟ ਹੁੰਦਾ, ਨਾਮ। ਇੱਥੇ ਜਦੋਂ ਅਸੀਂ ਆਸਣ ਲਾ ਕੇ ਬੈਠਦੇ ਹਾਂ, ਸਾਡੀ ਸੁਰਤੀ ਬੈਠੀ ਹੈ, ਮਨ ਬੈਠਾ ਹੈ, ਅਤੇ ਇੱਥੇ ਫਿਰ ਉਹ ਬੇੜਾ ਉਹ ਸ਼ਬਦ ਗੁਰੂ ਨਾਮ ਜਦੋਂ ਬੇੜਾ ਪ੍ਰਗਟ ਹੁੰਦਾ, ਇੱਥੇ ਨਾਲ ਹੀ ਫਿਰ ਉਹ ਪ੍ਰਕਾਸ਼ ਹੁੰਦਾ। ਜਿਵੇਂ ਆਪਾਂ ਦੇਖਦੇ ਝਿਲਮਿਲ ਹੁੰਦੀ, ਜਿਵੇਂ ਤਾਰੇ ਝਿਲਮਿਲ ਕਰਦੇ, ਇਸੇ ਤਰ੍ਹਾਂ ਹੀ ਜਦੋਂ ਆਪਾਂ ਉੱਥੇ ਬੈਠਾਂਗੇ ਉਹ ਝਿਲਮਿਲ ਹੁੰਦੀ, ਪ੍ਰਕਾਸ਼ ਨਿਕਲਦਾ, ਅਤੇ ਉੱਥੇ ਹੀ ਉਹ ਬੇੜਾ ਸ਼ਬਦ ਜਿਸ ਨੂੰ ਮਹਾਰਾਜ ਕਹਿੰਦੇ ਜਿਹ ਝਿਲਮਿਲ ਕਾਰ ਦਿਸੰਤਾ ਅਤੇ ਅਨਹਦ ਸ਼ਬਦ ਵਜੰਤਾ। ਬਈ ਉੱਥੇ ਉਹ ਝਿਲਮਿਲ ਹੁੰਦੀ ਅਤੇ ਅਨਹਦ ਸ਼ਬਦ ਪ੍ਰਗਟ ਹੈ। ਜਦੋਂ ਅਸੀਂ ਉਹ ਅਨਹਦ ਸ਼ਬਦ ਜਹਾਜ਼ 'ਤੇ ਸਵਾਰ ਹੋ ਗਏ, ਉਹ ਫਿਰ ਪੱਛਮ ਵਾਲਾ ਬਸ ਉਹ ਪਿੱਛੇ ਦੀ ਹੁੰਦੇ ਹੋਏ ਸਾਡੀ ਸੁਰਤੀ ਆਪਣੇ ਘਰ ਨੇ ਜਿਵੇਂ 10ਵੇਂ ਦੁਆਰ 'ਚ ਆ ਜਾਂਦੀ, ਫਿਰ ਘਰ 'ਚ ਆ ਜਾਂਦੀ। ਉਹਨੇ ਦੋ ਰਸਤੇ ਨੇ, ਦੋ ਘਰ ਨੂੰ ਜਾਣ ਦੇ ਸੱਚ, ਪੂਰਬ ਵਾਲਾ ਪਾਸਾ ਅਤੇ ਪੱਛਮ ਵਾਲਾ ਪਾਸਾ। ਹੁਣ ਇਹਨਾਂ ਦੋਵਾਂ ਦਾ ਮੁਖੀ ਮਾਲਕ ਆਪ, ਉਹ ਸਾਨੂੰ ਦੇਖਦਾ ਦਰ 'ਤੇ ਬੈਠ ਕੇ ਵੀ ਕਿੱਧਰ ਦੀ ਆਉਂਦੇ ਘਰ ਵਾਪਸ। ਉਹ ਸਾਨੂੰ ਆਵਾਜ਼ ਦਿੱਤੀ ਜਾਂਦੀ ਬਈ ਬੇੜੇ 'ਤੇ ਸਵਾਰ ਹੋ ਜਾਓ, ਸਵਾਰ ਹੋ ਕੇ ਤੁਸੀਂ ਘਰ ਵਾਪਸ ਆ ਜਾਓ।
ਹੁਣ ਸਾਡੀ ਸੁਰਤੀ ਜੇ ਤਾਂ ਉੱਥੇ ਪਹੁੰਚ ਜਾਵੇ ਸਹਿਜ ਦੇ ਵਿੱਚ, ਫਿਰ ਤਾਂ ਸਾਨੂੰ ਉਹ ਬੇੜੇ ਦਾ ਲੱਗ ਜਾਂਦਾ ਭੇਤ। ਜੇ ਹੁਣ ਅਸੀਂ ਅੰਤਰਮੁਖੀ ਹੁੰਦੇ ਹੀ ਨਹੀਂ, ਅਸੀਂ ਬਾਹਰ ਮੁਖੀ ਹਾਂ, ਬਾਹਰ ਭੱਜੇ ਫਿਰਦੇ ਹਾਂ, ਵਿਚਾਰਾਂ 'ਚ ਫੁਰਨਿਆਂ 'ਚ, ਅੰਦਰ ਜਾਂਦੇ ਹੀ ਨਹੀਂ, ਫਿਰ ਅਸੀਂ ਉਹ ਬੇੜੇ 'ਤੇ ਸਵਾਰ ਨਹੀਂ ਹੋ ਸਕਦੇ। ਪਰ ਸਾਨੂੰ ਉਹ ਬੇੜੇ ਦਾ ਪਤਾ ਵੀ ਨਹੀਂ ਲੱਗਣਾ ਵੀ ਉਹ ਬੇੜਾ ਹੈ ਕਿਹੜਾ, ਕਿੱਥੇ। ਇਸ ਲਈ ਫਿਰ ਮਨ ਨੂੰ ਕਹਿੰਦੇ ਵੀ ਤੂੰ ਬਾਹਰ ਨਾ ਲੱਭ, ਤੂੰ ਅੰਦਰ ਹੋ, ਅੰਤਰਮੁਖੀ ਹੋ। ਸਭ ਕੁਛ ਘਰ ਮੈਂ ਬਾਹਰ ਨਾਹੀਂ, ਬਾਹਰ ਟੋਲੇ ਸੋ ਭਰਮ ਭੁਲਾਈ। ਜੇ ਤੂੰ ਆਤਮਿਕ ਸੁੱਖ ਬਾਹਰੋਂ ਲੱਭੇਗਾ ਤੇ ਬਾਹਰ ਭਰਮ ਹੈ, ਤੈਨੂੰ ਬਾਹਰੋਂ ਨਹੀਂ ਮਿਲਣਾ, ਤੈਨੂੰ ਅੰਦਰੋਂ ਮਿਲੇ। ਤੂੰ ਅੰਤਰਮੁਖੀ ਹੋ, ਅੰਦਰ। ਹੁਣ ਅੰਤਰਮੁਖੀ ਹੋਣ ਵਾਸਤੇ ਸਾਨੂੰ ਗਿਆਨ ਦੀ ਲੋੜ ਹੈ, ਸਾਨੂੰ ਗੁਰੂ ਦੀ ਮੱਤ ਦੀ ਲੋੜ ਹੈ। ਜਦ ਤੱਕ ਅਸੀਂ ਸਤ ਸੰਗਤ ਨਹੀਂ ਕਰਾਂਗੇ, ਸਾਨੂੰ ਗਿਆਨ ਨਹੀਂ ਹੋਏਗਾ, ਸਾਡਾ ਮਨ ਬਾਹਰੋਂ ਰੁਕੇਗਾ ਹੀ ਨਹੀਂ, ਬਾਹਰ ਹੀ ਭੱਜਾ ਫਿਰੇਗਾ, ਅੰਤਰਮੁਖੀ ਹੋ ਹੀ ਨਹੀਂ ਸਕਦਾ। ਨਾ ਸਾਨੂੰ ਅੰਦਰ ਦਾ ਗਿਆਨ ਹੋ ਸਕਦਾ। ਬਾਹਰੀ ਚਾਹੇ ਸੰਸਾਰ ਦਾ ਸਾਨੂੰ ਕਿੰਨਾ ਵੀ ਗਿਆਨ ਹੋ ਜੇ, ਕਿੰਨੀ ਵੀ ਅਸੀਂ ਸੰਸਾਰ ਦੀ ਪੜ੍ਹਾਈ ਕਰ ਲਈਏ, ਕਿੱਡੇ ਵੱਡੇ ਅਸੀਂ ਅਹੁਦੇ 'ਤੇ ਚਲੇ ਜਾਈਏ, ਪਰ ਜਦ ਤੱਕ ਅਸੀਂ ਗੁਰੂ ਦੀ ਸ਼ਰਨ 'ਚ ਨਹੀਂ ਆਉਂਦੇ, ਸਾਨੂੰ ਸਾਡੇ ਅੰਦਰ ਦਾ ਗਿਆਨ ਨਹੀਂ ਆਉਂਦਾ, ਸਾਨੂੰ ਸਾਡੇ ਅੰਦਰ ਦਾ ਭੇਤ ਨਹੀਂ ਆਉਂਦਾ। ਇਸ ਲਈ ਮਹਾਰਾਜ ਗੁਰੂ ਦੀ ਮਹਿਮਾ ਕਰਦੇ ਹੋਏ ਫਰਮਾਉਂਦੇ, ਜੇ ਸੋ ਚੰਦਾ ਉਗਵੇ ਸੂਰਜ ਚੜ੍ਹੇ ਹਜ਼ਾਰ, ਇਤੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ। ਬਈ ਸਾਨੂੰ ਬਾਹਰੀ ਗਿਆਨ ਕਿੰਨਾ ਵੀ ਹੋ ਜੇ, ਹਜ਼ਾਰਾਂ ਸੂਰਜ ਚੰਦਰਮਾ ਨਿਕਲੇ ਆਉਣ, ਪਰ ਸਾਡੇ ਅੰਦਰ ਅਗਿਆਨਤਾ ਦਾ ਹਨੇਰਾ, ਸਾਨੂੰ ਅੰਦਰੋਂ ਨਹੀਂ ਭੇਤ ਆਉਣਾ, ਸਾਨੂੰ ਸ਼ਬਦ ਗੁਰੂ ਦਾ ਭੇਦ ਨਹੀਂ ਆਉਣਾ, ਸਾਨੂੰ ਆਪਦੇ ਘਰ ਦਾ ਭੇਦ ਨਹੀਂ ਆਉਣਾ। ਤਾਂ ਫਿਰ ਮਹਾਰਾਜ ਕਹਿੰਦੇ ਬਈ ਇਹ ਸੋਝੀ ਗੁਰੂ ਤੋਂ ਬਿਨਾਂ ਨਹੀਂ ਆ ਸਕਦੀ। ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ। ਗੁਰ ਬਿਨ ਸੁਰਤ ਨ ਸਿੱਧ, ਗੁਰੂ ਬਿਨ ਮੁਕਤ ਨਾ ਪਾਵੇ। ਬਈ ਗੁਰੂ ਤੋਂ ਬਿਨਾਂ ਸਾਡੀ ਬੁੱਧ ਵਿਵੇਕ ਨਹੀਂ ਹੋ ਸਕਦੀ, ਸਾਨੂੰ ਵਿਵੇਕ ਗਿਆਨ ਨਹੀਂ ਹੁੰਦਾ। ਗੁਰੂ ਤੋਂ ਬਿਨਾਂ ਅਸੀਂ ਜੀਵਨ ਮੁਕਤ ਨਹੀਂ ਹੋ ਸਕਦੇ, ਸਾਡੇ ਅੰਦਰੋਂ ਅਗਿਆਨਤਾ ਦਾ ਹਨੇਰਾ ਖਤਮ ਨਹੀਂ ਹੋ ਸਕਦਾ। ਫਿਰ ਆਪਾਂ ਨੂੰ ਕਹਿੰਦੇ ਬਈ ਗੁਰੂ ਦੀ ਸ਼ਰਨ ਦੇ ਵਿੱਚ ਆਓ, ਸਤ ਸੰਗਤ ਦੇ ਵਿੱਚ ਆਓ। ਜਦੋਂ ਆਪਾਂ ਸਤਸੰਗ ਚਾਹਾਂਗੇ, ਫਿਰ ਸਾਨੂੰ ਇਹ ਗਿਆਨ ਹੋਣਾ, ਅਤੇ ਫਿਰ ਇਹ ਸਾਡੇ ਮਨ ਨੇ ਰੁਕਣਾ, ਫਿਰ ਇਹਨੇ ਬਾਹਰੋਂ ਅੰਤਰਮੁਖੀ ਹੋਣਾ। ਆਈਓ ਸਾਨੂੰ ਸਮਝਾਉਂਦੇ ਬਈ ਜਦੋਂ ਫਿਰ ਅਸੀਂ ਸਤਸੰਗ 'ਚ ਆਉਂਦੇ ਹਾਂ, ਸਤਿਗੁਰੂ ਸਾਡੇ 'ਤੇ ਕਿਰਪਾ ਕਰਦੇ, ਸਾਨੂੰ ਸੰਗ ਕਰਾਉਂਦੇ ਸੰਤ ਜਨਾਂ ਦਾ, ਵੀ ਜਿਹੜੇ ਗੁਰਮੁਖਾਂ ਨੂੰ ਆਪ ਹੀ ਸਾਰਾ ਭੇਤ ਹੈ, ਜਿਹੜੇ ਆਪ ਆਪਣੇ ਘਰ ਗਏ, ਉਹਨਾਂ ਨੂੰ ਗੁਰਬਾਣੀ 'ਚ ਸੰਤ, ਸਾਧੂ, ਭਗਤ, ਬ੍ਰਹਮ ਗਿਆਨੀ, ਗੁਰਮੁਖ, ਗੁਰਸਿੱਖ, ਇਹਨਾਂ ਨਾਮਾਂ ਦੇ ਨਾਲ ਨਵਾਜਿਆ। ਹੁਣ ਜਦੋਂ ਸਾਡੇ 'ਤੇ ਮਾਲਕ ਕਿਰਪਾ ਕਰਦੀ, ਫਿਰ ਉਹ ਨਿਸ਼ਾਨੀ ਕੀ ਕਿਰਪਾ ਦੀ, ਉਹ ਸਾਨੂੰ ਉਹਨਾਂ ਗੁਰਮੁਖਾਂ ਨੂੰ ਮਿਲਾਉਂਦੀ, ਉਹ ਸਾਨੂੰ ਉਹਨਾਂ ਦਾ ਸੰਗ ਕਰਾ ਦਿੰਦੇ, ਜਿਨ੍ਹਾਂ ਨੂੰ ਇਹ ਸਾਰਾ ਗਿਆਨ ਹੁੰਦਾ, ਜਿਨ੍ਹਾਂ ਨੂੰ ਮਾਲਕ ਨੇ ਆਪਾ ਜਨਾਇਆ ਹੁੰਦਾ। ਫਿਰ ਉਹ ਸਾਨੂੰ ਸਮਝਾਉਂਦੇ, ਅਤੇ ਫਿਰ ਸਾਨੂੰ ਸਮਝ ਲੱਗਦੀ, ਨਹੀਂ ਸਾਨੂੰ ਸਮਝ ਨਹੀਂ ਆਉਂਦੀ। ਇਸ ਲਈ ਮਹਾਰਾਜ ਕਹਿੰਦੇ ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਵਿਨਾਸ਼, ਹਰ ਕਿਰਪਾ ਤੇ ਸੰਤ ਭੇਟੀਆ, ਨਾਨਕ ਮਨ ਪ੍ਰਗਾਸ। ਬਈ ਮਾਲਕ ਦੀ ਕਿਰਪਾ ਨਾਲ ਸਾਨੂੰ ਸੰਤਾਂ ਦਾ ਸੰਗ ਬਣਿਆ, ਉਹਨਾਂ ਦਾ ਸੰਗ ਮਿਲੇ,
ਉਹਨਾਂ ਨੇ ਫਿਰ ਆਪਣੇ ਨੇਤਰਾਂ 'ਚ ਗਿਆਨ ਦਾ ਅੰਜਨ ਪਾਏ। ਅੰਜਨ ਕਹਿੰਦੇ ਸੁਰਮਾ। ਸਾਡੇ ਇਹਨਾਂ ਨੇਤਰਾਂ ਦੇ ਵਿੱਚ ਜਦੋਂ ਗਿਆਨ ਦਾ ਸੁਰਮਾ ਪੈਂਦਾ ਤੇ ਫਿਰ ਇਹਨੂੰ ਦਿਸਣ ਲੱਗ ਜਾਂਦਾ ਮਨ, ਫਿਰ ਇਹ ਅੰਤਰਮੁਖੀ ਹੋ ਜਾਂਦਾ, ਫਿਰ ਇਹਦੀ ਨਿਗਾਹ ਵਾਪਸ ਆ ਜਾਂਦੀ। ਪਹਿਲਾਂ ਤਾਂ ਇਹ ਅੰਨਾ ਹੋ ਚੁੱਕਿਆ ਹੁੰਦਾ, ਅੰਨ੍ਹੇ ਅੰਨੇ ਹੋਏ ਨੂੰ ਪਰਮਾਤਮਾ ਦਿਸਦਾ। ਪਹਿਲਾਂ ਹੀ ਬੋਲਾ ਹੋ ਚੁੱਕਿਆ ਹੁੰਦਾ, ਬੋਲੇ ਨੂੰ ਤਾਂਹੀਓ ਪਰਮਾਤਮਾ ਦੀ ਆਵਾਜ਼ ਨਹੀਂ ਸੁਣਦੀ। ਜਦੋਂ ਫਿਰ ਸਾਡੇ ਇਹਨਾਂ ਨੇਤਰਾਂ 'ਚ ਗਿਆਨ ਦਾ ਅੰਜਨ ਪੈਂਦਾ, ਇਹ ਅਗਿਆਨਤਾ ਦਾ ਹਨੇਰਾ ਜਿਹੜਾ ਦੂਰ ਹੁੰਦਾ। ਜਦੋਂ ਅਗਿਆਨਤਾ ਦਾ ਹਨੇਰਾ ਦੂਰ ਹੋਏਗਾ ਤੇ ਸਾਡੇ ਹਿਰਦੇ 'ਚ ਪ੍ਰਕਾਸ਼ ਹੋਏਗਾ ਤੇ ਸਾਨੂੰ ਦਿਸਣ ਲੱਗ ਜੇਗਾ। ਸੋ ਇਸ ਵਾਸਤੇ ਫਿਰ ਆਪਾਂ ਨੂੰ ਕਹਿੰਦੇ ਵੀ ਗੁਰੂ ਦੀ ਮੱਤ ਤੋਂ ਬਿਨਾਂ ਨਹੀਂ ਹੋ ਸਕਦਾ। ਜਿਵੇਂ ਰਾਜਾ ਹੋਇਆ ਰਾਜਾ ਜਨਕ, ਉਹ ਬੜੇ ਬਹਾਦਰ, ਬੜੇ ਵੱਡੇ ਸੂਰਵੀਰ ਸੀ ਤੇ ਭਗਤੀ ਵੀ ਕਰਦੇ ਸੀ ਆਪਣੀ ਮੱਤ ਦੁਆਰਾ। ਇਸੇ ਗੁਰਮੁਖ ਦਾ ਉਹਨਾਂ ਨੂੰ ਸੰਗ ਹੋਇਆ ਤੇ ਉਹਨਾਂ ਨੇ ਉਹਨਾਂ ਨੂੰ ਆਖਿਆ ਵੀ ਗੁਰੂ ਧਾਰਨ ਕਰਨਾ ਬਹੁਤ ਜ਼ਰੂਰੀ ਹੈ। ਜਦ ਤੱਕ ਅਸੀਂ ਗੁਰੂ ਨਹੀਂ ਧਾਰਨ ਕਰਦੇ, ਤੁਸੀਂ ਕਹਿੰਦੇ ਵੀ ਮਹਾਬਲੀ ਹੋ, ਕਿੰਨੇ ਵੱਡੇ ਯੋਧੇ, ਤੁਹਾਡਾ ਜੀਵਨ ਸਫਲ ਨਹੀਂ ਹੋ ਸਕਦਾ। ਤੁਸੀਂ ਆਪਦੇ ਜੀਵਨ ਦਾ ਲਾਹਾ ਨਹੀਂ ਖੱਟ ਸਕਦੇ, ਤੁਹਾਨੂੰ ਆਪਦੇ ਆਪ ਗਿਆਨ ਨਹੀਂ ਹੋ ਸਕਦਾ, ਭੇਤ ਨਹੀਂ ਆ ਸਕਦਾ। ਤੇ ਉਹਨਾਂ ਨੂੰ ਗੱਲ ਜਚੀ ਤੇ ਉਹਨਾਂ ਨੇ ਸਾਰੇ ਢੰਡੋਰਾ ਫਰਾ ਦਿੱਤਾ ਵੀ ਮੈਂ ਗੁਰੂ ਧਾਰਨ ਕਰਨਾ। ਬਈ ਜਿਹੜਾ ਵੀ ਮੇਰਾ ਗੁਰੂ ਬਣਨਾ ਚਾਹੁੰਦਾ, ਬਈ ਮੈਂ ਗੁਰੂ ਧਾਰਨ ਕਰਨਾ, ਤੇ ਸਾਰੇ ਪਹੁੰਚਣ ਮਹਿਲ ਦੇ ਵਿੱਚ ਉੱਥੇ ਸਭਾ ਲੱਗੀ। ਸਾਰੇ ਜਿੰਨੇ ਵੀ ਸੀਗੇ ਜੀਵ, ਕੋਈ ਪੰਡਤ ਵਿਦਵਾਨ ਪਹੁੰਚੇ ਹਮ ਆ ਕੇ ਉੱਥੇ ਸਭਾ ਲੱਗੀ ਹੋਈ, ਦਰਬਾਰ ਲੱਗਿਆ ਹੋਇਆ। ਤੇ ਜਦੋਂ ਦਰਬਾਰ ਲੱਗਿਆ ਤੇ ਉੱਥੇ ਅਸ਼ਟਵਕਰ ਉਹ ਵੀ ਆਏ। ਜਦੋਂ ਅਸ਼ਟਵਕਰ ਆਇਆ ਤੇ ਉਹਨੂੰ ਦੇਖ ਕੇ ਸਾਰੇ ਹੱਸ ਪਏ, ਕਿਉਂਕਿ ਉਹਦਾ ਜਿਹੜਾ ਸਰੀਰ ਸੀ ਉਹ ਸਰੀਰ ਠੀਕ ਨਹੀਂ ਸੀ, ਉਹਦੇ ਸਰੀਰ ਦੇ ਵਿੱਚ ਬਲ ਪੈਂਦੀ ਸੀ। ਤੇ ਉਹਨੂੰ ਦੇਖ ਕੇ ਸਾਰੇ ਹੱਸ ਪਏ ਵੀ ਇਹ ਵੀ ਗੁਰੂ ਦੀ ਪਦਵੀ ਤੇਰੇ ਲੱਗਣ ਵਾਸਤੇ ਆਏ। ਜਦੋਂ ਸਾਰੇ ਦੇਖ ਕੇ ਉਹਨੂੰ ਹੱਸੇ ਤੇ ਉਹਨੇ ਆਖਿਆ ਵੀ ਹਜੇ ਗਿਆਨ ਦੀ ਤਾਂ ਪਰਖ ਹੋਈ ਨਹੀਂ, ਵੀ ਤੁਸੀਂ ਹੱਸੇ ਤੇ ਮੇਰੇ ਚੰਨ 'ਤੇ ਹੱਸੇ, ਵੀ ਇਹ ਤਾਂ ਤੁਸੀਂ ਸਾਰੇ ਚਮਾਰ ਇਕੱਠੇ ਹੋਏ, ਬਈ ਤੁਸੀਂ ਤਾਂ ਸਿਰਫ ਅਜੇ ਚਮੜਾ ਦੇਖਿਆ, ਗਿਆਨ ਤਾਂ ਦੇਖੇ ਨਹੀਂ, ਤੁਸੀਂ ਤਾਂ ਬਾਹਰ ਨੂੰ ਦੇਖਿਆ, ਅਜੇ ਗਿਆਨ ਦੀ ਪਰਖ ਨਹੀਂ ਹੋਈ। ਤੇ ਤੁਸੀਂ ਹੱਸੇ ਤੇ ਹੱਸੇ ਕਿਹਦੇ 'ਚ? ਵੀ ਜਿਹਨੇ ਸਰੀਰ ਬਣਾਇਆ ਹੈ, ਪਰਮਾਤਮਾ ਨੇ ਬਣਾਇਆ, ਤੁਸੀਂ ਉਹਦੇ 'ਤੇ ਹੀ ਹੱਸੇ। ਵੀ ਜਿਹਨੇ ਬਣਾਇਆ, ਜਿਹਨੇ ਜਿਹੜੀ ਚੀਜ਼ ਬਣਾਈ ਹੈ, ਮਾਲਕ ਨੇ ਬਣਾਈ ਹੈ। ਤੇ ਜਦੋਂ ਅਸੀਂ ਹੱਸਦੇ ਹਾਂ ਤੇ ਉਹ ਅਸੀਂ ਮਾਲਕ 'ਤੇ ਹੱਸਦੇ, ਬਣਾਉਣ ਵਾਲੇ 'ਤੇ। ਤੇ ਉੱਧਰੋਂ ਰਾਜਾ ਜਨਕ ਆ ਗਏ। ਜਦੋਂ ਆਏ ਤੇ ਉਹਨਾਂ ਨੇ ਦੇਖਿਆ ਵੀ ਬਹੁਤ ਜੀਵ ਇਕੱਠੇ ਹੋਏ ਨੇ, ਗੁਰੂ ਦੀ ਪਦਵੀ 'ਤੇ ਲੱਗਣ ਵਾਸਤੇ ਆਏ। ਹੁਣ ਗੁਰੂ ਧਾਰਨ ਕਰਨਾ ਉਹਨਾਂ ਨੇ ਇੱਕ, ਤੇ ਇਕੱਠੇ ਇੰਨੇ ਜ਼ਿਆਦਾ ਹੋਏ। ਤੇ ਉਹਨਾਂ ਨੇ ਫਿਰ ਇੱਕ ਸ਼ਰਤ ਰੱਖੀ ਵੀ ਮੈਂ ਗੁਰੂ ਉਹਨੂੰ ਧਾਰਨ ਕਰਾਂਗਾ ਜਿਹੜਾ ਮੈਨੂੰ ਇੰਨੀ ਛੇਤੀ ਗਿਆਨ ਕਰਾ ਦੇਵੇ, ਮੇਰਾ ਇੱਕ ਪੈਰ ਘੋੜੇ ਦੀ ਰਕਾਬ 'ਤੇ ਹੋਵੇ, ਜਦੋਂ ਮੈਂ ਦੂਜਾ ਪੈਰ ਘੋੜੇ ਦੀ ਰਕਾਬ 'ਤੇ ਰੱਖਾਂ ਚੜ੍ਹਾਂ ਉੱਪਰ, ਤੇ ਮੈਨੂੰ ਉਪਦੇਸ਼ ਦੇ ਦੇਵੇ, ਮੈਨੂੰ ਗਿਆਨ ਦੇ ਦੇਵੇ। ਉਹ ਸਾਰੇ ਅਧੂਰੇ ਸੀ, ਸਿਰਫ ਬਾਹਰੀ ਚਮੜਾ ਦੇਖਣ ਵਾਲੀ ਸੀ, ਉਹ ਨੀਵੀਆਂ ਪਾ ਗਈ ਸਾਰੀ। ਅਸ਼ਟਵਕਰ ਅੱਗੇ ਆਇਆ ਤੇ ਕਹਿਣ ਲੱਗੇ ਵੀ ਮੈਂ ਤੁਹਾਨੂੰ ਗਿਆਨ ਕਰਾ ਸਕਦਾ, ਪਰ ਗੁਰੂ ਦੀਆਂ ਵੀ ਕੁਝ ਸ਼ਰਤਾਂ ਹੁੰਦੀਆਂ।
ਬਈ ਗੁਰੂ ਨੂੰ ਆਪਣਾ ਮਨ, ਆਪਣਾ ਸਵਾਸਾਂ ਦਾ ਧਨ ਅਰਪਣ ਕਰਨਾ ਪੈਂਦਾ। ਜੇ ਤੁਸੀਂ ਅਰਪਣ ਕਰਨ ਨੂੰ ਤਿਆਰ ਹੋ ਤੇ ਮੈਂ ਤੁਹਾਨੂੰ ਉਪਦੇਸ਼ ਦੇ ਸਕਦਾ। ਤੇ ਉਹਨਾਂ ਨੇ ਆਖਿਆ ਵੀ ਦਿੱਤਾ, ਤੁਹਾਨੂੰ ਆਪਣਾ ਮਨ ਵੀ ਅਤੇ ਸਵਾਸਾਂ ਦਾ ਧਨ ਵੀ ਦਿੱਤਾ, ਕਰਾਊਗਾ ਉਪਦੇਸ਼। ਅਤੇ ਉਹ ਕਹਿੰਦੇ ਵੀ ਰੱਖੋ ਘੋੜੇ ਦੀ ਰਕਾਬ 'ਤੇ ਪੈਰ। ਜਦੋਂ ਰੱਖਣ ਲੱਗੇ, ਉੱਤੇ ਚੜ੍ਹਨ ਲੱਗੇ, ਅਤੇ ਕਹਿੰਦੇ ਉੱਪਰ ਨਹੀਂ ਚੜ੍ਹਨਾ, ਥੱਲੇ ਆ ਜਾਓ, ਕਿਉਂਕਿ ਤੁਸੀਂ ਮੈਨੂੰ ਆਪਣਾ ਸਾਰਾ ਕੁਛ ਅਰਪਣ ਕਰ ਚੁੱਕੇ, ਹੁਣ ਆਪਦੀ ਮੱਤ ਨਹੀਂ ਵਰਤ ਸਕਦੇ। ਇੱਕ ਸਵਾਸ ਵੀ ਆਪਦੀ ਮਰਜ਼ੀ ਨਾਲ ਨਹੀਂ ਲੈ ਸਕਦੇ। ਤੁਸੀਂ ਉੱਪਰ ਨਹੀਂ ਚੜ੍ਹਨਾ, ਥੱਲੇ ਆ ਜਾਓ। ਅਤੇ ਜਦੋਂ ਥੱਲੇ ਆਏ ਫਿਰ ਉਹਨਾਂ ਨੂੰ ਉਪਦੇਸ਼ ਦਿੱਤਾ। ਫਿਰ ਉਹਨਾਂ ਨੂੰ ਸੱਚ ਦਾ ਭੇਦ ਦਿੱਤਾ। ਭਰਮ ਦਾ ਪੜਦਾ ਸੀ ਜਿਹੜਾ ਪੜਦਾ ਪਾਸੇ ਕਰਕੇ ਸੱਚ ਨੂੰ ਦਿਖਾਇਆ। ਜੋ ਸ਼ਬਦ ਗੁਰੂ ਸੀ, ਨਾਮ ਦਾ ਭੇਦ ਦਿੱਤਾ। ਫਿਰ ਉਹਨਾਂ ਨੇ ਇੰਨੀ ਮਿਹਨਤ ਕੀਤੀ, ਇੰਨਾ ਅਭਿਆਸ ਕੀਤਾ ਵੀ ਉਸੇ ਸੱਚ ਨੂੰ ਉਹਨਾਂ ਨੇ ਅੰਦਰ ਪ੍ਰਗਟ ਕਰ ਲਿਆ ਆਪਣੇ ਹਿਰਦੇ 'ਚ, ਅਤੇ ਮਾਲਕ ਦੇ ਨਾਲ ਮਿਲਾਪ ਕਰ ਲਿਆ। ਸੋ ਇਸ ਵਾਸਤੇ ਫਿਰ ਕਹਿੰਦੇ ਵੀ ਰਾਜਾ ਧੰਨ ਜਨਕ, ਵੀ ਜਿਹਨੇ ਅਭਿਆਸ ਕੀਤਾ, ਸਿਮਰਨ ਕੀਤਾ ਅਤੇ ਮਾਇਆ ਦੇ ਵਿੱਚ ਉਦਾਸੀ, ਸੰਸਾਰ 'ਚ ਰਹਿੰਦਾ ਹੋਇਆ ਰਾਜਾ ਹੈ, ਫਿਰ ਵੀ ਉਦਾਸ। ਇਸ ਲਈ ਮਹਾਰਾਜ ਕਹਿੰਦੇ, ਧੰਨ ਧੰਨ ਰਾਜਾ ਜਨਕ ਹੈ, ਗੁਰਮੁਖ ਮਾਇਆ ਵਿੱਚ ਉਦਾਸੀ। ਵੀ ਸੰਸਾਰ ਦੇ ਵਿੱਚ ਰਹਿੰਦੇ ਹੋਏ ਵੀ ਸੰਸਾਰ ਤੋਂ ਨਿਰਲੇਪ ਰਹਿਣਾ, ਉੱਪਰ ਉੱਠੇ ਰਹਿਣਾ। ਸੋ ਇਸ ਵਾਸਤੇ ਇਸੇ ਤਰ੍ਹਾਂ ਹੁਣ ਸਤਿਗੁਰੂ ਆਪਾਂ ਨੂੰ ਸਮਝਾਉਂਦੇ ਵੀ ਜਦ ਤੱਕ ਜੀਵ ਗੁਰੂ ਦੀ ਸ਼ਰਨ 'ਚ ਨਹੀਂ ਆਉਂਦਾ, ਜਦ ਤੱਕ ਸਤ ਸੰਗਤ ਨਹੀਂ ਕਰਦਾ, ਉਹ ਕਿੰਨਾ ਵੀ ਵਿਦਵਾਨ ਬਣ ਜੇ, ਬਾਹਰੀ ਉਹਨੂੰ ਕਿੰਨਾ ਵੀ ਗਿਆਨ ਹੋ ਜੇ, ਕਿੰਨੀ ਸੰਸਾਰ ਦੇ ਵਿੱਚ ਉਹਦੀ ਉਪਮਾ ਹੋ ਜੇ, ਮਹਿਮਾ ਹੋ ਜੇ, ਔਰ ਜਦ ਤੱਕ ਉਹ ਗੁਰੂ ਦੀ ਸ਼ਰਨ 'ਚ ਨਹੀਂ ਆਉਂਦਾ, ਉਹਨੂੰ ਭਗਤੀ ਦਾ ਭੇਤ ਨਹੀਂ ਆਉਂਦਾ। ਉਹ ਭਗਤੀ ਨਹੀਂ ਕਰ ਸਕਦਾ, ਉਹ ਮਾਲਕ ਨਾਲ ਮਿਲਾਪ ਨਹੀਂ ਕਰ ਸਕਦਾ। ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਵੀ ਇਹ ਮਹਿਮਾ, ਇਹ ਵਡਿਆਈ ਸਾਰੀ ਗੁਰੂ ਦੀ, ਵੀ ਉਹਨਾਂ ਗੁਰਮੁਖਾਂ ਨੂੰ ਮਾਲਕ ਵਡਿਆਈ ਦਿੰਦਾ ਹੈ ਜਿਨ੍ਹਾਂ ਨੂੰ ਫਿਰ ਉਹਨੇ ਆਪਣਾ ਆਪਾ ਜਨਾਇਆ ਹੁੰਦਾ, ਆਪਣਾ ਆਪਾ ਬੁਝਾਇਆ ਹੁੰਦਾ। ਗੁਰਮੁਖਾਂ ਨੂੰ ਮਹਿਲ 'ਚ ਬੁਲਾ ਲੈਂਦਾ ਆਪ ਹੀ, ਵੀ ਮਹਿਲ ਦੇ ਵਿੱਚ ਆ ਜਾਓ। ਜਦੋਂ ਗੁਰਮੁਖ ਮਹਿਲ 'ਚ ਜਾਂਦੇ, ਅਨਹਦ ਵਾਜੇ, ਅਨਹਦ ਧੁਨਾਂ ਵੱਜਦੀਆਂ ਵੀ ਗੁਰਮੁਖ ਘਰ ਆਏ ਨੇ। ਫਿਰ ਮਾਲਕ ਉੱਥੇ ਗੁਰਮੁਖਾਂ ਨੂੰ ਥਾਪਦਾ, ਉਹਨਾਂ ਨੂੰ ਨਵਾਜਦਾ, ਨਾਮ ਦਾ ਉਹਨਾਂ ਨੂੰ ਸਰੋਪਾਉ ਦਿੰਦਾ। ਜਿਵੇਂ ਆਪਾਂ ਦੇਖਦੇ ਇੱਥੇ ਗੁਰੂ ਘਰ ਵੀ ਬਾਹਰੋਂ ਗੁਰਮੁਖ ਆਉਂਦੇ, ਸਤਿਕਾਰ ਵਜੋਂ ਉਹਨਾਂ ਨੂੰ ਸਰੋਪਾਉ ਦਿੱਤਾ ਜਾਂਦਾ, ਸਤਿਗੁਰਾਂ ਦੀ ਬਖਸ਼ਿਸ਼। ਹੁਣ ਜਦੋਂ ਅਸੀਂ ਅੰਦਰ ਮਹਿਲ 'ਚ ਜਾਂਦੇ, ਉੱਥੇ ਸਾਡੇ ਮਨ ਨੂੰ ਨਾਮ ਦਾ ਸਰੋਪਾਉ ਦੇ ਕੇ ਨਵਾਜਿਆ ਜਾਂਦਾ। ਸਤਿਗੁਰੂ ਆਪ ਨਵਾਜੀ। ਮਹਾਰਾਜ ਕਹਿੰਦੇ, ਜਿਸੇ ਨਵਾਜੀ ਗੁਰਮੁਖ ਸਾਜੀ, ਨਾਮ ਵਸੇ ਤਿਸ ਅਨਹਦ ਵਾਜੀ, ਤਿਸ ਹੀ ਸੁਖ ਤਿਸ ਹੀ ਠਕਰਾਈ, ਤਿਸੇ ਨਾ ਵੀ ਜਮ ਨੇੜਾ। ਜਿਨ੍ਹਾਂ ਨੂੰ ਗੁਰਮੁਖਾਂ ਨੂੰ ਨਵਾਜਿਆ ਮਾਲਕ ਨੇ, ਜਮ ਉਹਨਾਂ ਦੇ ਨੇੜੇ ਨਹੀਂ ਆਉਂਦੀ। ਉਹਨਾਂ ਨੂੰ ਮਾਲਕ ਨੇ ਆਪ ਨਵਾਜਿਆ ਅਤੇ ਉਹਨਾਂ ਦੀ ਡਿਊਟੀ ਲਾਉਂਦਾ ਵੀ ਹੁਣ ਤੁਸੀਂ ਤਾਂ ਘਰ ਆ ਗਏ ਹੋ, ਵੀ ਜਿਹੜੇ ਹੁਣ ਘਰ ਆਉਣਾ ਚਾਹੁੰਦੇ ਵਾਪਸ, ਉਹਨਾਂ ਗੁਰਮੁਖਾਂ ਦਾ ਸੰਗ ਕਰਕੇ ਉਹ ਘਰੇ ਆ ਸਕਦੇ। ਜੇ ਅਸੀਂ ਉਹਨਾਂ ਦਾ ਸੰਗ ਨਹੀਂ ਕਰਾਂਗੇ ਅਤੇ ਸਾਨੂੰ ਘਰ ਦਾ ਭੇਤ ਨਹੀਂ ਆਉਣਾ, ਅਸੀਂ ਆਉਂਦੇ ਜਾਂਦੇ ਰਹਾਂਗੇ ਜੂਨਾਂ ਦੇ ਵਿੱਚ। ਮਾਰੇ ਕਹਿੰਦੇ, ਗੁਰਮੁਖ ਜਾਏ ਮਿਲੇ ਨਿਜ ਮਹਿਲੀ, ਅਨਹਦ ਸ਼ਬਦ ਬਜਾਵੇ ਗੋ,
जी जंत सब श्रेष्ठ भाई, गुरमुख शोभा पावे को। बैन गुर भेटे को महल ना पाई, आई जाए दुख पावे को। बई जाजक उन्होंने गुरमुखां की शरण दे विच नहीं जावांगे, उन्हों का संग नहीं करांगे, मारे कहते आउंदे जांदे रहांगे, दुख भोगांगे जूनां दे विच आउंदे जांदे रहांगे। इस वास्ते फिर आपां नूं कहंदे भी जे घर जाना वापस, निज महल च जाना चाहुंदे हो, मालक की शरण च जाना चाहुंदे हो, फिर सत संगत दे विच आओ ते उन्हां गुरमुखां तो भेद लवो जिहड़े आप घर गए ने। क्योंकि जाजक असीं आप नहीं घर जाते, उन्ना समा असीं घर की गल ही नहीं कर सकते। हुण आपां घर की गल तो फिर करांगे ना जे असीं घरे जावांगे। जे हुण आपां कदे घरे गए नहीं, जे आपां नूं कोई पुछे भी कोई निज महल की गल सुणाओ, तो आपां निज महल च कदे जे गए नहीं तो आपां सुणावांगे की? एक तो सुना ही नहीं सकते। जे आपां नूं कोई पुछे भी वो निज महल का दरवाजा कित्थे है, वो दरवाजा किवें बंद है, वो दरवाजे नूं किवें खोलदे, उन्होंने किहड़ा जिंदरा लग्या होया, चाबी किहड़ी है, किवें वो जिंदरे नूं खोलदे। हुण जे साडा खुद दा प्रैक्टिकल नहीं तो असीं दस ही नहीं सकते, सानूं पता ही नहीं लगना भी किहड़ा जिंदरा कही जाते, किहड़ा दरवाजा कही जाते, गल्लां ही पता नहीं किहड़ियां करी जांदे। सो इस वास्ते गुरबाणी गुरु एक कल्ला पढ़न का विषय नहीं है। ये नहीं भी पल्ला पढ़ी जाते हैं, ये कमाउण का विषय, ये मनण का विषय। जिवें असीं हुण पढ़ता रोज़ लैने, निज घर महल पावो सुख सहिजे, बौर ना होए गो फेरा, पढ़ लिया। ते हुण वो निज महल है कित्थे भी जिहदे च असीं जाना, जिहदे च सानूं सतगुरु बुला रहे हैं, जिहदे विच जाके दोबारा साडा फेरा नहीं होना। ते उहदे च जे हुण असीं कदे गए नहीं, पढ़ी जाने हैं तो पढ़दे नूं सानूं भेजते नहीं आउण, क्योंकि जद तक असीं खुद नहीं अनुभव करते, असीं सत्संगत नहीं करते, असीं खुद नहीं जाते उत्थे फिर घर दे विच, ते सानूं पता ही नहीं लगना भी फिर घर है कित्थे। पढ़ी जावांगे भी संसार दे विच दुख है, ते दुख है तां कई जीव हुण जांदे भी असीं दुखी हां जी, साडा काम नहीं चलदा, साडा कारोबार नहीं चलदा, घाटा पै जांदा। ते ओह गांह जिहड़ा जीव वो शब्द दे देंगे भी तुसीं ये शब्द दा जाप कर लो, फिर कर बैसो हर जन प्यारे, सतगुर तुमरे काज सवारी, दुष्ट दूत परमेश्वर मारी, जन की पैज राखी करता रे। पढ़ी चलो, हुण पढ़ी तो जाने हैं, वो थिर कर कित्थे है भी जिहदे च बैठण नाल सतगुर ने साडे कारज सवारन, ਉਹਦਾ पता नहीं थिर करदा ना, तो जिहड़ा गांह दस्सण वाला ਉਹਨੂੰ थिर करदा पता, ਉਹਨੇ दस्सिया भी वो थिर कर है कित्थे, क्योंकि ਉਹਨੂੰ आप ਨੂੰ नहीं पता। ते गांह जिहड़ा पढ़न वाला ना ਉਹਨੂੰ पता भी थिर कर है कित्थे, जिहदे च मैं जाना, जिहदे च बैठना। सो इस वास्ते फिर आपां नूं कहंदे भी जद तक सानूं गुरमुखां दा संग नहीं हुंदा, सानूं गुरबाणी गुरु की समझ नहीं आउंदी। पाइयां महाराज कहते बाणी बिरलो विचारसी, जे को गुरमुख होई, ये बाणी महापुरख की निज घर वासा हुई। बई गुरबाणी नूं कोई गुरमुख ही विचार सकदा, विरला। तो इस वास्ते फिर आपां नूं कहंदे भी विचारेगा कौन गुरमुख, तो गुरमुख उदों बनेगा जदों घर जाएगा। जाजक थिर घर गया ही नहीं तो गुरमुख तो है ही नहीं, क्योंकि जाजक असीं खुद ही तरह होना चाहिए धर्म दे विच। इस वास्ते फिर आपां नूं समझाउंदे बई गुरबाणी जो है ये सारा अनुभवी ज्ञान है, साडे अंदर की खोज है।
ਬਈ ਤੁਸੀਂ ਕੀ ਖੋਜਣਾ ਚਾਹੁੰਦੇ ਹੋ। ਗੁਰਬਾਣੀ ਨੂੰ ਖੋਜੀ ਬਣ ਕੇ ਪੜ੍ਹੋ। ਵੀ ਤੁਹਾਡੇ ਅੰਦਰ ਦੀ ਖੋਜ, ਤੁਸੀਂ ਅੰਦਰੋਂ ਕੀ ਖੋਜਣਾ, ਅਤੇ ਤੁਸੀਂ ਖੁਦ ਉਹ ਅਨੁਭਵ ਕਰੋ। ਖੁਦ ਤੁਸੀਂ ਆਪਦੇ ਘਰ ਆਵੋ ਵਾਪਸ। ਅਤੇ ਉਹਦੇ ਵਾਸਤੇ ਫਿਰ ਆਪਾਂ ਨੂੰ ਕਹਿੰਦੇ ਵੀ ਇਹ ਸਾਨੂੰ ਸਿਮਰਨ ਕਰਨਾ ਪੈਣਾ। ਸਿਮਰਨ ਕਰਾਂਗੇ ਅਤੇ ਫਿਰ ਹੀ ਅਸੀਂ ਘਰ ਜਾ ਸਕਦੇ। ਜੇ ਸਿਮਰਨ ਨਹੀਂ ਕਰਾਂਗੇ ਅਸੀਂ ਘਰ ਨਹੀਂ ਜਾ ਸਕਦੇ। ਇਸ ਵਾਸਤੇ ਫਿਰ ਇਹ ਆਪਾਂ ਜਿਹੜਾ ਸਿਮਰਨ ਕਰਦੇ ਹਾਂ ਤਾਂਹੀਓ ਕਰਦੇ ਹਾਂ ਵੀ ਤਾਂ ਕਿ ਸਾਨੂੰ ਗੁਰਬਾਣੀ ਗੁਰੂ ਦੀ ਸਮਝ ਲੱਗੇ। ਸਮਝ ਫੇਰ ਹੀ ਲੱਗਣੀ ਜਦੋਂ ਮਨ ਵਿਚਾਰਾਂ ਤੋਂ ਰਹਿਤ ਹੋਏਗਾ। ਜਦ ਤੱਕ ਸਾਡਾ ਖੁਦ ਦਾ ਅਨੁਭਵ ਨਹੀਂ, ਅਸੀਂ ਸਹਿਜ ਵਿੱਚ ਨਹੀਂ ਜਾਵਾਂਗੇ, ਅਸੀਂ ਅੰਮ੍ਰਿਤ ਰਸ ਖੁਦ ਨਹੀਂ ਪੀਵਾਂਗੇ, ਅਸੀਂ ਨਾਮ ਨੂੰ ਖੁਦ ਨਹੀਂ ਸੁਣਾਂਗੇ, ਅਸੀਂ ਪ੍ਰਕਾਸ਼ ਨੂੰ ਖੁਦ ਨਹੀਂ ਦੇਖਾਂਗੇ, ਉਹਨਾਂ ਸਮਾਂ ਸਾਡਾ ਮਨ ਮੰਨਦਾ ਨਹੀਂ। ਉਹਨਾਂ ਸਮੇਂ ਨੇ ਮੰਨਣਾ ਹੀ ਨਹੀਂ ਵੀ ਪਤਾ ਨਹੀਂ ਹੈ ਕਿ ਨਹੀਂ ਹੈ, ਵੀ ਇਹ ਜਿਹੜੀਆਂ ਗੱਲਾਂ ਕਰਦੇ ਵੀ ਇਹ ਸੱਚੀ ਹੁੰਦੀਆਂ ਵੀ ਹੈ ਕਿ ਜਾਂ ਐਵੇਂ ਕਹੀ ਜਾਂਦੇ, ਕਿਉਂਕਿ ਮਨ ਮੰਨਦਾ ਹੀ ਨਹੀਂ। ਜਦ ਤੱਕ ਅਸੀਂ ਖੁਦ ਨਹੀਂ ਕਰਾਂਗੇ ਉਹਨਾਂ ਸਮਾਂ ਨਹੀਂ ਸਾਡਾ ਮਨ ਮੰਨੇਗਾ। ਜਦੋਂ ਅਸੀਂ ਖੁਦ ਦੇਖ ਲਾਂਗੇ ਫਿਰ ਮਨ ਮੰਨਦਾ ਵੀ ਹਾਂਜੀ ਹੁਣ ਠੀਕ। ਇਸ ਵਾਸਤੇ ਮਹਾਰਾਜ ਕਹਿੰਦੇ ਵੀ ਤੁਸੀਂ ਖੁਦ ਕਰੋ, ਤੁਸੀਂ ਆਪ ਸੁਣੋ, ਤੁਸੀਂ ਆਪ ਅੰਮ੍ਰਿਤ ਪੀਓ ਅੰਦਰੋਂ, ਤੁਸੀਂ ਆਪ ਮਾਲਕ ਦੀ ਆਵਾਜ਼ ਨਾਮ ਨੂੰ ਸੁਣੋ, ਤੁਸੀਂ ਆਪ ਸਤਿਗੁਰ ਨੂੰ ਦੇਖੋ, ਪ੍ਰਕਾਸ਼ ਨੂੰ ਤੁਸੀਂ ਖੁਦ ਅਨੁਭਵ ਕਰੋ। ਅਤੇ ਉਹ ਅਨੁਭਵ ਸਾਡਾ ਫੇਰ ਹੀ ਹੋਣਾ ਜੇ ਹੁਣ ਅਸੀਂ ਸਿਮਰਨ ਕਰਾਂਗੇ। ਸਿਮਰਨ ਕਰਕੇ ਅਸੀਂ ਅੰਤਰਮੁਖੀ ਹੋਵਾਂਗੇ, ਫਿਰ ਸਾਡੀ ਅੰਦਰ ਦੀ ਯਾਤਰਾ ਸ਼ੁਰੂ ਹੋਣੀ। ਅਤੇ ਜੇ ਅਸੀਂ ਬਾਹਰਮੁਖੀ ਹਾਂ, ਇਸ ਸੰਸਾਰ ਦੀ ਬਾਹਰੀ ਯਾਤਰਾ, ਬਾਹਰ ਦੀ ਯਾਤਰਾ ਜਿੰਨੀ ਮਰਜ਼ੀ ਕਰ ਲਈਏ, ਸਾਡੇ ਮਨ ਨੂੰ ਸੁੱਖ ਨਹੀਂ ਮਿਲਣਾ, ਸ਼ਾਂਤੀ ਨਹੀਂ ਆਉਣੀ। ਇਸ ਵਾਸਤੇ ਸਾਨੂੰ ਕਹਿੰਦੇ ਹੁਣ ਬਾਹਰ ਬਹੁਤ ਘੁੰਮ ਲਏ, ਹੁਣ ਅੰਤਰਮੁਖੀ ਹੋ, ਅੰਦਰ ਆਓ। ਇਹ ਅੰਦਰ ਜਾਣ ਵਾਸਤੇ ਆਪਾਂ ਨੂੰ ਕਹਿੰਦੇ ਵੀ ਹੁਣ ਸਿਮਰਨ ਕਰ। ਆਓ ਹੁਣ ਜੋ ਸਤਿਗੁਰੂ ਆਪਾਂ ਨੂੰ ਸਾਸ ਵਿਰਾਸ ਸਿਮਰਨ ਅਭਿਆਸ ਦੱਸਦੇ, ਆਓ ਸਾਰੇ ਗੁਰਮੁਖ ਪਿਆਰੇ ਕਰੋ ਜੀ ਸ਼ੁਰੂ। ਵਾਹਿਗੁਰੂ 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 ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ। ਇਸ ਤਰੀਕੇ ਨਾਲ ਗੁਰਮੁਖ ਪਿਆਰਿਓ, ਜਿਉਂ-ਜਿਉਂ ਆਪਾਂ ਇਸ ਸਿਮਰਨ ਕਰਦੇ ਹਾਂ, ਸਤਿਗੁਰੂ ਨੂੰ ਸੇਵਦੇ ਹਾਂ, ਅਤੇ ਉਹਦੇ ਸਾਡਾ ਮਨ ਸੁਖੀ ਹੁੰਦਾ ਜਾਂਦਾ। ਇਸ ਲਈ ਮਹਾਰਾਜ ਕਹਿੰਦੇ, ਬਿਨ ਸਤਿਗੁਰ ਸੇਵੇ ਸੁਖ ਨਾਹੀ, ਮਰ ਜੰਮੇ ਵਾਰੋ ਵਾਰ। ਬਈ ਜਿਹੜੇ ਜੀਵ ਪਰਮਾਤਮਾ ਨੂੰ ਨਹੀਂ ਸਿਮਰਦੇ, ਨਹੀਂ ਸਤ ਸੰਗਤ ਕਰਦੇ, ਨਹੀਂ ਭੇਦ ਲੈਂਦੇ ਨਾਮ ਦਾ, ਉਹ ਜੰਮਦੇ ਮਰਦੇ ਵਾਰ ਵਾਰ ਜੁੜਨਾ ਚਾਹੁੰਦੇ। ਇਸ ਲਈ ਆਪਾਂ ਨੂੰ ਕਹਿੰਦੇ ਵੀ ਸਤਿਗੁਰੂ ਦੀ ਸ਼ਰਨ ਦੇ ਵਿੱਚ ਹੀ ਸੁੱਖ। ਬਈ ਆਪਾਂ ਹੁਣ ਸਤਿਗੁਰੂ ਨੂੰ ਸੇਵਨਾ, ਵੱਧ ਤੋਂ ਵੱਧ ਹੀ ਸਿਮਰਨ ਕਰਨਾ, ਗੁਰਬਾਣੀ ਗੁਰੂ ਨੂੰ ਪੜ੍ਹ ਕੇ ਵਿਚਾਰਨਾ, ਖੋਜਣਾ, ਤਾਂ ਕਿ ਸਾਡਾ ਮਨ ਪਾਸੇ ਨਾ ਜਾਵੇ। ਸਾਨੂੰ ਜੋ ਗੁਰਬਾਣੀ ਗੁਰੂ ਦੱਸ ਰਹੇ, ਜੋ ਸਾਨੂੰ ਉਪਦੇਸ਼ ਕਰ ਰਹੇ, ਸਾਨੂੰ ਉਹਦੀ ਸਮਝ ਲੱਗੇ। ਅਤੇ ਵੱਧ ਤੋਂ ਵੱਧ ਆਪਾਂ ਸਤ ਸੰਗਤ ਕਰਨੀ। ਜਿੰਨੀ ਆਪਾਂ ਸਤ ਸੰਗਤ ਕਰਾਂਗੇ, ਉਨੀ ਸਾਨੂੰ ਗੁਰਬਾਣੀ ਗੁਰੂ ਦੀ ਸਮਝ ਆਏਗੀ। ਜਿੰਨਾ ਅਸੀਂ ਵੱਧ ਤੋਂ ਵੱਧ ਸਤ ਸੰਗਤ ਕਰਾਂਗੇ, ਉਨਾ ਹੀ ਸਾਨੂੰ ਲਾਹਾ, ਉਨਾ ਹੀ ਸਾਨੂੰ ਲਾਭ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਆਪ ਨੂੰ ਸਮਝਾਉਂਦੇ ਵੀ ਜਿਨ੍ਹਾਂ ਨੂੰ ਸਤ ਸੰਗਤ ਮਿਲ ਜਾਂਦੀ, ਉਹ ਤਰ ਜਾਂਦੇ। ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ। ਅਤੇ ਜਿਹੜੇ ਜੀਵ ਸਤ ਸੰਗਤ ਚਾਹੁੰਦੇ ਹੀ ਨਹੀਂ, ਉਹਨਾਂ ਨੂੰ ਮਹਾਰਾਜ ਬਹੁਤ ਲਾਹਨਤਾਂ ਪਾਉਂਦੇ, ਫਟਕਾਰਾਂ ਪਾਉਂਦੇ। ਉਹ ਵੀ ਆਪਾਂ ਰੋਜ਼ ਪੜ੍ਹਦੇ, ਜੋ ਸਤਿਗੁਰ ਸਰਨ ਸੰਗਤ ਨਹੀਂ ਆਈ, ਧ੍ਰਿਗ ਜੀਵੇ ਧ੍ਰਿਗ ਜੀਵਾਸ। ਬਈ ਉਹਨਾਂ ਦਾ ਜਿਉਣਾ ਧ੍ਰਿਗ। ਜਿਹੜੇ ਜੀਵ ਸਤ ਸੰਗਤ ਨਹੀਂ ਕਰਦੇ, ਕਿਉਂਕਿ ਸਤ ਸੰਗਤ ਤੋਂ ਬਿਨਾਂ ਸਾਨੂੰ ਭੇਤ ਹੀ ਨਹੀਂ ਆਉਣਾ। ਸਤ ਸੰਗਤ ਤੋਂ ਬਿਨਾਂ ਸਾਡਾ ਮਨ ਨਹੀਂ ਜਾਗ ਸਕਦਾ, ਸਾਨੂੰ ਇਹ ਗਿਆਨ ਨਹੀਂ ਹੋ ਸਕਦਾ। ਇਸ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੀ ਵੱਡੇ ਭਾਗਾਂ ਦੇ ਨਾਲ ਫਿਰ ਸਾਨੂੰ ਵੀ ਸਤ ਸੰਗਤ ਮਿਲਦੀ। ਸਤ ਸੰਗਤ ਦੇ ਵਿੱਚ ਆ ਕੇ ਸਾਡੇ ਅੰਦਰੋਂ ਗਿਆਨਤਾ ਦਾ ਹਨੇਰਾ ਦੂਰ ਹੁੰਦਾ, ਸਾਨੂੰ ਗਿਆਨ ਦਾ ਚਾਨਣ ਹੁੰਦਾ, ਪ੍ਰਕਾਸ਼ ਹੁੰਦਾ। ਇਸ ਲਈ ਮਹਾਰਾਜ ਕਹਿੰਦੇ ਵੀ ਇਹ ਵੱਡੇ ਭਾਗਾਂ ਦੀ ਨਿਸ਼ਾਨੀ ਸਤ ਸੰਗਤ ਮਿਲ ਜਾਣ। ਵੱਡੇ ਭਾਗੀ ਸਤ ਸੰਗਤ ਪਾਵੇ, ਭਾਗਹੀਣ ਭਰਮ ਚੋਟਾਂ ਖਾਵੇ। ਬਿਨ ਭਾਗਾਂ ਸਤ ਸੰਗ ਨਾ ਲੱਭੇ, ਬਿਨ ਸੰਗਤ ਮੈਲ ਭਰੀ ਜੇ ਜੀਓ। ਸਤ ਸੰਗਤ ਤੋਂ ਬਿਨਾਂ ਮਨ ਮੈਲ ਨਾਲ ਭਰਿਆ ਰਹਿੰਦਾ। ਸੋ ਇਸ ਵਾਸਤੇ ਫਿਰ ਇਹ ਵੱਧ ਤੋਂ ਵੱਧ ਆਪਾਂ ਸਤ ਸੰਗਤ ਕਰਨੀ। ਇਹ ਜੋ ਸਾਰਾ ਭੇਦ ਆਪਾਂ ਨੂੰ ਦਿੱਤਾ ਗੁਰਬਾਣੀ ਗੁਰੂ ਦੁਆਰਾ ਮਹਾਂਪੁਰਖਾਂ ਨੇ, ਭਾਈ ਸਾਹਿਬ ਭਾਈ ਸੇਵਾ ਸਿੰਘ ਜੀ ਧਰਮਾਲਾ, ਉਸੇ ਗਿਆਨ ਨੂੰ ਆਪਾਂ ਰੋਜ਼ ਦ੍ਰਿੜ ਕਰਦੇ ਹਾਂ ਵੀ ਤਾਂ ਕਿ ਸਾਡੇ ਮਨ 'ਚ ਵਸ ਜੀ, ਸਾਡੇ ਹਿਰਦੇ 'ਚ ਵਸ ਜੀ, ਅਤੇ ਆਪ ਆਪਦੇ ਜੀਵਨ ਦਾ ਲਾਹਾ ਖੱਟ ਕੇ ਇੱਥੋਂ ਖੁਸ਼ੀ ਖੁਸ਼ੀ ਆਪਦੇ ਦੇਸ਼, ਆਪਦੇ ਘਰ ਵਾਪਸ ਜਾਈਏ। ਸਾਡੇ ਮਨ 'ਚ ਚਾਅ ਹੋਣਾ ਚਾਹੀਦਾ ਵੀ ਕਦੋਂ ਸਮਾਂ ਆਵੇ, ਕਦੋਂ ਅਸੀਂ ਪੱਕਾ ਹੀ ਇੱਥੋਂ ਚਲੇ ਜਾਈਏ। ਜਿਵੇਂ ਸੰਸਾਰ ਤਾਂ ਮਰਨ ਤੋਂ ਡਰਦਾ ਨਾ, ਵੀ ਹਜੇ ਤਾਂ ਸਾਡੇ ਕਾਰੋਬਾਰ ਬਹੁਤ ਰਹਿੰਦੇ ਆ, ਵੀ ਕਿਤੇ ਮੌਤ ਹੀ ਨਾ ਆ ਜੀ। ਗੁਰਮੁਖਾਂ ਦੇ ਮਨ 'ਚ ਚਾਅ ਹੁੰਦਾ ਵੀ ਕਦੋਂ ਸਮਾਂ ਆਵੇ ਵੀ ਇੱਥੋਂ ਪੱਕੇ ਚਲੇ ਜਾਈਏ, ਕਿਉਂਕਿ ਘਰ 'ਚ ਤਾਂ ਸੁੱਖ ਹੀ ਸੁੱਖ, ਉੱਥੇ ਤਾਂ ਆਨੰਦ ਹੀ ਆਨੰਦ, ਇੱਧਰ ਦੁੱਖ। ਇਸ ਲਈ ਮਹਾਰਾਜ ਕਹਿੰਦੇ ਕਬੀਰ ਜਿਸ ਮਰਨੇ ਤੇ ਜਗ ਡਰੇ, ਮੇਰੇ ਮਨ ਆਨੰਦ ਮਰਨੇ ਹੀ ਤੇ ਪਾਈਏ ਪੂਰਨ ਪਰਮਾਨੰਦ। ਬਈ ਅਸਲ ਆਨੰਦ ਪੂਰਨ ਫਿਰ ਉਹਦੇ ਵਿੱਚ ਸਮਾ ਕੇ ਵੀ ਦੁਬਾਰਾ ਮੁੜ ਕੇ ਆਉਣਾ ਨਹੀਂ ਪੈਣਾ ਵਾਪਸ। ਹੁਣ ਤਾਂ ਆਉਣਾ ਪੈਂਦਾ, ਚਲੇ ਜਾਂਦੇ ਫਿਰ ਵਾਪਸ ਆ ਜਾਂਦੇ। ਵੀ ਉਹ ਵੀ ਦਿਨ ਆਏਗਾ ਜਿਹਦੇ ਆਉਣਾ ਹੀ ਨਹੀਂ ਮੁੜ ਕੇ, ਸਦਾ ਹੀ ਉੱਥੇ ਹੀ ਉਹਦੇ ਵਿੱਚ ਹੀ ਸਮਾ ਜਾਣਾ, ਉੱਥੇ ਵੀ ਫਿਰ ਨਹੀਂ ਆਉਂਦੇ ਮੁੜ ਕੇ। ਇਸ ਵਾਸਤੇ ਤਾਂ ਆਨੰਦ ਹੈ ਕਿਉਂਕਿ ਜੇ ਅਸੀਂ ਪਹਿਲਾਂ ਉਹ ਆਨੰਦ ਦੇਖੀਏ, ਜੇ ਅਸੀਂ ਘਰ ਗਏ ਹਾਂ ਤਾਂ ਉਹਨਾਂ ਗੁਰਮੁਖਾਂ ਦੇ ਮਨ 'ਚ ਆਨੰਦ ਆ ਵੀ ਉਹਨਾਂ ਨੇ ਘਰ ਦਾ ਆਨੰਦ ਦੇਖਿਆ।
ਜਿਹਨੇ ਘਰ ਦਾ ਆਨੰਦ ਦੇਖਿਆ ਨਹੀਂ, ਜੇ ਉਹਨੂੰ ਮੌਤ ਆ ਗਈ ਉਹ ਤਾਂ ਗਾਂ ਜੂਨਾਂ 'ਚ ਹੀ ਚਲਾ ਜਾਣਾ ਫਿਰ ਵਾਪਸ। ਇਸ ਵਾਸਤੇ ਫਿਰ ਆਪਾਂ ਪਹਿਲਾਂ ਦੇਖਣਾ ਉਹ ਆਨੰਦ, ਪਹਿਲਾਂ ਆਪਦੇ ਘਰ 'ਚ। ਸੋ ਇੰਨੀਆਂ ਬੇਨਤੀਆਂ, ਇੰਨੇ ਵਿਚਾਰ ਕਰਦੇ ਹੋਏ ਜੇ ਕੋਈ ਐਸਾ ਸ਼ਬਦ ਬੋਲਿਆ ਗਿਆ ਹੋਵੇ ਸੰਗਤ ਅਤੇ ਸਤਿਗੁਰੂ ਬਖਸ਼ਣ ਯੋਗ ਨੇ, ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿ